पंजाब भर दे समूह अध्यापक साहबाना ਅਤੇ प्यारे विद्यार्थियों ਨੂੰ मेरे ਵੱਲੋਂ जानी परमिंदर सिंह ढिल्लों लैक्चरर राजनीति शास्त्र सरकारी कन्या सीनियर सेकेंडरी स्कूल शैणा जिला बरनाला की तरफों प्यार भरी सत श्री अकाल। प्यारे विद्यार्थियों, अज असीं 12वीं जमात का बहुत ही महत्वपूर्ण टॉपिक भारती चोण प्रणाली जो कि तुहाडे सिलेबस के पार्ट बी दे विच दर्ज है उस ते असीं विचार चर्चा करांगे। प्यारे विद्यार्थियों, भारती चोण प्रणाली बड़ा ही महत्वपूर्ण चैप्टर है। इस दे विचों आम तौर पर देखा जाता है कि छोटे सवाल भी जिहड़े आ जाते हैं आम तौर पर, और बड़ा सवाल 6 अंकों के विच भी कई बार सानू देखने को मिलता। सो इस पक्ष तो, इस पॉइंट ऑफ व्यू तो, एग्जामिनेशन पॉइंट ऑफ व्यू तो असीं जे गल करिए तो भारती चोण प्रणाली जिहड़ा चैप्टर है बड़ा ही महत्वपूर्ण चैप्टर है। प्यारे विद्यार्थियों, भारती चोण प्रणाली जिहड़ी है इस दे बारे असीं विचार चर्चा शुरू करते हैं कि लोकतंत्री जिहड़े देश हुंदे आ जां लोकतंत्र दे विच चोण प्रणाली नूं जिहड़ा केंद्री स्थान दिता गया हुंदा। क्यों केंद्री स्थान दिता गया हुंदा? क्योंकि जिस तरह लोकतंत्र दे विच लोक दो तरीके दे नाल जिहड़ी जनता भाग लैंदी है शासन दे विच, प्रतख ਅਤੇ अप्रतख ढंग ਦੇ ਨਾਲ। सो भारत ਦੇ ਵਿੱਚ अप्रतख ਜਾਂ प्रतिनिधात्मक लोकतंत्र ਦੀ ਵਿਵਸਥਾ ਕੀਤੀ ਗਈ ਹੈ। ਅਸੀਂ ਆਪਣੇ ਨੁਮਾਇੰਦੇ ਚੁਣਦੇ ਆ, ਆਪਣੇ ਪ੍ਰਤੀਨਿਧੀ ਚੁਣਦੇ ਆ, ਉਹ ਸਾਡੇ ਦੇਸ਼ ਦੇ ਸ਼ਾਸਨ ਨੂੰ ਚਲਾਉਂਦੇ ਆ, ਭਾਵ ਅਸੀਂ ਅਸਿੱਧੇ ਰੂਪ ਦੇ ਵਿੱਚ ਸ਼ਾਸਨ ਦੇ ਕੰਮਾਂ ਵਿੱਚ ਹਿੱਸਾ ਲੈਂਦੇ ਹਾਂ। ਸੋ ਇਸ ਕਰਕੇ ਲੋਕਤੰਤਰ ਦੇ ਵਿੱਚ ਜਿਹੜੀ ਚੋਣ ਪ੍ਰਣਾਲੀ ਨੂੰ ਕੇਂਦਰੀ ਸਥਾਨ ਦਿੱਤਾ ਗਿਆ ਹੁੰਦਾ ਤੇ ਇਹ ਗੱਲ ਕਹੀ ਜਾਂਦੀ ਕਿ ਜਿੰਨੀ ਸਹੀ ਸੁਤੰਤਰ ਅਤੇ ਨਿਰਪੱਖ ਚੋਣ ਪ੍ਰਣਾਲੀ ਹੋਊਗੀ, ਲੋਕਤੰਤਰ ਦਾ ਸਰੂਪ ਉਸ ਦੇਸ਼ ਦੇ ਵਿੱਚ ਉਨਾ ਹੀ ਚੰਗਾ ਹੋਵੇਗਾ। ਸੋ ਪਿਆਰੇ ਵਿਦਿਆਰਥੀਓ, ਅਸੀਂ ਗੱਲ ਕਰ ਰਹੇ ਹਾਂ ਭਾਰਤੀ ਚੋਣ ਪ੍ਰਣਾਲੀ। ਸੋ ਭਾਰਤੀ ਚੋਣ ਪ੍ਰਣਾਲੀ ਦੀ ਗੱਲ ਕਰਦੇ ਸਮੇਂ ਅਸੀਂ ਕੁਝ ਉਹਨੂੰ ਸਮਝਣ ਦੇ ਲਈ ਉਹਦੀਆਂ ਵਿਸ਼ੇਸ਼ਤਾਵਾਂ ਤੇ ਜਿਹੜੀ ਆ ਵਿਚਾਰ ਚਰਚਾ ਕਰਾਂਗੇ। ਭਾਰਤੀ ਚੋਣ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ ਜਿਹੜੀਆਂ ਇਹਦੇ ਵਿੱਚ ਸਭ ਤੋਂ ਪਹਿਲਾ ਪੁਆਇੰਟ ਜਿਹੜਾ ਸੰਵਿਧਾਨਿਕ ਆਧਾਰ ਆ ਕਿ ਭਾਰਤੀ ਚੋਣ ਪ੍ਰਣਾਲੀ ਦੀਆਂ ਜਿੰਨੀਆਂ ਵੀ ਨਿਯਮਾਵਲੀ ਆ ਉਹਨੂੰ ਭਾਰਤੀ ਸੰਵਿਧਾਨ ਦੇ ਅਧਿਆਏ ਭਾਗ 15 ਅਤੇ ਅਨੁਛੇਦ 324 ਤੋਂ 29 ਤੱਕ ਇਹਦਾ ਵਰਣਨ ਕੀਤਾ ਗਿਆ ਕਿ ਚੋਣ ਪ੍ਰਣਾਲੀ ਕਿਸ ਤਰ੍ਹਾਂ ਦੀ ਹੋਵੇਗੀ। ਸੋ ਯਾਦ ਰੱਖਣਾ ਕਿਹੜਾ ਕਿਹੜਾ ਅਨੁਛੇਦ ਇਹਨਾਂ ਨਾਲ ਡੀਲ ਕਰਦਾ, 324 ਤੋਂ 329। ਪਿਆਰੇ ਵਿਦਿਆਰਥੀਓ, ਭਾਰਤੀ ਚੋਣ ਪ੍ਰਣਾਲੀ ਦੀ ਸੰਵਿਧਾਨਿਕ ਆਧਾਰ ਦੇ ਵਿੱਚ ਜਿੰਨੀਆਂ ਅੱਗੇ ਅਸੀਂ ਵਿਸ਼ੇਸ਼ਤਾਵਾਂ ਦਾ ਵਰਣਨ ਕਰਾਂਗੇ, ਜ਼ਿਕਰ ਕਰਾਂਗੇ, ਉਹਨਾਂ ਤੇ ਅਸੀਂ ਚਰਚਾ ਕਰਾਂਗੇ, ਉਹ ਸਾਰੀਆਂ ਹੀ ਭਾਰਤੀ ਸੰਵਿਧਾਨ ਦੇ ਵਿੱਚ ਅੰਕਿਤ ਕੀਤੀਆਂ ਗਈਆਂ। ਜਿਵੇਂ ਤੁਹਾਡੀ ਸਕਰੀਨ ਤੇ ਦਿਖ ਰਿਹਾ ਕਿ 2 ਨੰਬਰ ਦੇ ਵਿੱਚ ਵਿਸ਼ੇਸ਼ਤਾ ਲਿਖੀ ਹੋਈ ਹੈ ਅਸੀਂ ਸਰਵਜਨਕ ਬਾਲਗ ਮਤ ਅਧਿਕਾਰ। ਸਰਵਜਨਕ ਬਾਲਗ ਮਤ ਅਧਿਕਾਰ ਕੀ ਹੁੰਦਾ ਕਿ ਸਰਵਜਨਕ ਸਾਰਿਆਂ ਨੂੰ, ਬਾਲਗ ਜਦੋਂ ਬੱਚਾ ਬਾਲਗ ਹੋ ਜੇ, ਮਤ ਅਧਿਕਾਰ ਵੋਟ ਦਾ ਅਧਿਕਾਰ। ਸੋ ਸੌਖੇ ਤਰੀਕੇ ਨਾਲ ਅਸੀਂ ਇਹਨੂੰ ਸਮਝਣਾ, ਸਰਵਜਨਕ ਸਾਰਿਆਂ ਲਈ, ਬਾਲਗ ਜਦੋਂ ਬਾਲਗ ਹੋ ਜੇ, ਮਤ ਅਧਿਕਾਰ ਵੋਟ ਦਾ ਅਧਿਕਾਰ, ਉਹਨੂੰ ਵੋਟ ਦਾ ਅਧਿਕਾਰ ਦਿੱਤਾ ਜਾਊ ਸਾਰਿਆਂ ਨੂੰ, ਚਾਹੇ ਉਹ ਕਿਸੇ ਵੀ ਧਰਮ ਦੇ ਹੋਣ, ਚਾਹੇ ਜਾਤ ਨਾਲ ਸੰਬੰਧ ਰੱਖਦੇ ਹੋਣ, ਚਾਹੇ ਮਰਦ ਹੋਵੇ ਚਾਹੇ ਔਰਤ ਹੋਵੇ। ਸੋ ਭਾਰਤੀ ਸੰਵਿਧਾਨ ਦੇ ਅਨੁਛੇਦ 326 ਦੇ ਅਧੀਨ ਜਿਹੜੀ ਵਿਵਸਥਾ ਕੀਤੀ ਗਈ ਹੈ ਕਿ ਜਦੋਂ ਬੱਚਾ ਬਾਲਗ ਹੋ ਜੂ ਉਹਨੂੰ ਵੋਟ ਅਧਿਕਾਰ ਦੇਣਾ। ਤੇ ਭਾਰਤ ਦੇ ਵਿੱਚ ਬਾਲਗ ਦੇ ਲਈ ਕਿੰਨੀ ਉਮਰ ਨਿਰਧਾਰਿਤ ਕੀਤੀ ਗਈ ਹੈ? 18 ਸਾਲ ਦੀ। ਸੋ ਜਦੋਂ ਬੱਚਾ 18 ਸਾਲ ਦੀ ਜਿਹੜੀ ਉਮਰ ਤੇ ਆ ਜਾਂਦਾ, ਸੋ ਉਸ ਬੱਚੇ ਨੂੰ ਸਰਵਜਨਕ ਬਾਲਗ ਮਤ ਅਧਿਕਾਰ ਭਾਵ ਵੋਟ ਦਾ ਅਧਿਕਾਰ ਮਿਲ ਜਾਂਦਾ ਹੈ। ਇਹ ਭਾਰਤੀ ਸੰਵਿਧਾਨ ਦੇ ਅਨੁਛੇਦ 326 ਦੇ ਵਿੱਚ ਇਸ ਦੀ ਵਿਵਸਥਾ ਕੀਤੀ ਗਈ ਹੈ। ਅੱਗੇ ਆ ਗਿਆ ਬੇਟਾ ਪ੍ਰਤੱਖ ਅਤੇ ਅਪ੍ਰਤੱਖ ਚੋਣਾਂ। ਭਾਰਤੀ ਚੋਣ ਪ੍ਰਣਾਲੀ ਦੀ ਇਹ ਵਿਸ਼ੇਸ਼ਤਾ ਕਿ ਭਾਰਤ ਦੇ ਵਿੱਚ ਪ੍ਰਤੱਖ ਅਤੇ ਅਪ੍ਰਤੱਖ ਦੋਨਾਂ ਤਰੀਕਿਆਂ ਦੇ ਨਾਲ ਚੋਣਾਂ ਹੁੰਦੀਆਂ। ਸੋ ਮੈਂ ਉਦਾਹਰਨ ਦਵਾਂ, ਤੁਹਾਡੇ ਪਿੰਡ ਦੇ ਸਰਪੰਚ ਦੀ, ਮੈਂਬਰ ਦੀ ਚੋਣ ਜਦੋਂ ਹੁੰਦੀ ਹੈ, ਤੁਸੀਂ ਸਿੱਧੇ ਰੂਪ ਦੇ ਵਿੱਚ ਉਹ ਚੋਣ ਦੇ ਵਿੱਚ ਹਿੱਸਾ ਲੈਂਦੇ ਆ ਤੁਹਾਡੇ ਪਿੰਡ ਦੇ ਵੋਟਰ, ਤਾਂ ਉਹ ਕਿਹੜੀ ਚੋਣ ਹੋ ਗਈ? ਪ੍ਰਤੱਖ ਚੋਣ। ਜਦੋਂ ਸਾਡੇ ਹਲਕੇ ਦੇ ਵਿੱਚ, ਸਾਡੇ ਪੰਜਾਬ ਵਿਧਾਨ ਸਭਾ ਦੀ ਅਸੀਂ ਗੱਲ ਕਰੀਏ ਤਾਂ ਚੋਣਾਂ ਹੁੰਦੀਆਂ ਪੰਜਾਬ ਵਿਧਾਨ ਸਭਾ ਦੀਆਂ, MLA ਦੀ ਚੋਣ ਹੁੰਦੀ ਆ। ਸੋ ਆਪਣੇ ਆਪਣੇ ਹਲਕੇ 'ਚ ਧਿਆਨ ਮਾਰੋ, ਜਦੋਂ ਤੁਹਾਡੇ ਹਲਕੇ ਦਾ MLA ਜਿਹੜਾ ਉਹਦੀ ਚੋਣ ਹੋਈ ਸੀ, ਤੁਹਾਡੇ ਪੇਰੈਂਟਸ ਨੇ ਉਹਨਾਂ ਨੂੰ ਵੋਟਾਂ ਪਾਈਆਂ ਸੀ, ਜਿਹੜੇ ਬਾਲਗ ਸੀ ਉੱਥੋਂ ਦੇ, ਉਸ ਪਿੰਡ ਦੇ, ਉਸ ਸ਼ਹਿਰ ਦੇ ਵੋਟਰ ਸੀ, ਉਹਨਾਂ ਨੂੰ ਆਪ ਵੋਟਾਂ ਪਾਈਆਂ ਸੀ। ਭਾਵ ਪ੍ਰਤੱਖ ਡਾਇਰੈਕਟ ਵੇ ਦੇ ਨਾਲ
ਉਸ ਤੋਂ ਬਾਅਦ ਜੇ ਅਸੀਂ ਐਮਪੀ ਦੀ ਗੱਲ ਕਰੀਏ, ਐਮਪੀ ਜਿਹੜੇ ਹੁੰਦੇ ਆ ਲੋਕ ਸਭਾ ਦੇ ਮੈਂਬਰ ਜੀ ਦੀ ਗੱਲ ਕਰੀਏ ਤਾਂ ਅਸੀਂ ਤਾਂ ਉਹਨਾਂ ਦੀਆਂ ਚੋਣਾਂ ਵੀ ਜਿਹੜੀਆਂ ਉਹਦੀਆਂ ਵੋਟਾਂ ਸਿੱਧੇ ਪ੍ਰਤੱਖ ਰੂਪ ਦੇ ਵਿੱਚ ਚੋਣਾਂ ਹੁੰਦੀਆਂ। ਸੋ ਅਪ੍ਰਤੱਖ ਚੋਣਾਂ ਕਿਹੜੀਆਂ, ਫਿਰ ਸਾਡੇ ਸਾਹਮਣੇ ਇਹ ਸਵਾਲ ਖੜਾ ਹੋ ਜਾਂਦਾ। ਅਪ੍ਰਤੱਖ ਚੋਣਾਂ ਬੇਟਾ ਉਹ ਹੁੰਦੀਆਂ ਜਿਵੇਂ ਰਾਜ ਸਭਾ ਦੇ ਮੈਂਬਰਾਂ ਦੀ ਚੋਣ, ਉਹ ਸਿੱਧੀਆਂ ਕੋਈ ਉਹਦੀਆਂ ਵੋਟਾਂ ਨਹੀਂ ਪੈਂਦੀਆਂ, ਸਾਡੇ ਚੁਣੇ ਹੋਏ ਪ੍ਰਤੀਨਿਧ ਅੱਗੇ ਵੋਟਾਂ ਪਾਉਂਦੇ ਆ, ਉਹਨਾਂ ਨੂੰ ਚੁਣ ਕੇ ਭੇਜਦੇ ਆ, ਰਾਜ ਸਭਾ ਦੇ ਵਿੱਚ ਭੇਜਦੇ ਆ। ਔਰ ਜਿਹੜੇ ਰਾਸ਼ਟਰਪਤੀ ਦੀ ਚੋਣ ਆ ਜਿਹੜੀ ਉਹ ਵੀ ਅਪ੍ਰਤੱਖ ਤਰੀਕੇ ਨਾਲ ਹੁੰਦੀ ਹੈ। ਸੋ ਭਾਰਤੀ ਚੋਣ ਪ੍ਰਣਾਲੀ ਦੀ ਜਿਹੜੀ ਵਿਸ਼ੇਸ਼ਤਾ ਬੇਟਾ ਯਾਦ ਰੱਖਣਾ, ਪ੍ਰਤੱਖ ਅਤੇ ਅਪ੍ਰਤੱਖ ਦੋਨਾਂ ਤਰੀਕੇ ਨਾਲ ਚੋਣਾਂ ਹੁੰਦੀਆਂ। ਇਹਦੇ ਬਾਰੇ ਕਈ ਵਾਰ ਪੇਪਰ ਦੇ ਵਿੱਚ ਸਵਾਲ ਪੁੱਛ ਲਿਆ ਜਾਂਦਾ ਕਿ ਪ੍ਰਤੱਖ ਚੋਣਾਂ ਕੀ ਹੁੰਦੀਆਂ, ਉਹਦੀ ਇੱਕ ਉਦਾਹਰਨ ਦਿਓ, ਅਪ੍ਰਤੱਖ ਚੋਣਾਂ ਕੀ ਹੁੰਦੀਆਂ, ਉਹਦੀ ਇੱਕ ਉਦਾਹਰਨ ਦਿਓ। ਭਾਰਤੀ ਚੋਣ ਪ੍ਰਣਾਲੀ ਦੀ ਇੱਕ ਹੋਰ ਨਿਵੇਕਲੀ ਵਿਸ਼ੇਸ਼ਤਾ ਕਿ ਇੱਕ ਮੈਂਬਰੀ ਚੋਣ ਖੇਤਰ ਆ। ਮੰਨ ਕੇ ਚੱਲੋ ਕਿ ਤੁਸੀਂ ਜਿਸ ਹਲਕੇ ਦੇ ਵਿੱਚ ਰਹਿ ਰਹੇ ਹੋ, ਵਿਧਾਨ ਸਭਾ ਹਲਕੇ ਦੇ ਵਿੱਚ, ਤਾਂ ਉੱਥੋਂ ਇੱਕ ਮੈਂਬਰ ਹੀ ਚੁਣ ਕੇ ਭੇਜਿਆ ਜਾਵੇਗਾ। ਕਿ ਇੱਕ ਖੇਤਰ ਦੇ ਤੁਸੀਂ ਦੇਖਿਆ ਕਰੇ ਵੀ 2 MLA ਹੋਣ, ਨਹੀਂ, ਇੱਕ ਸਮੇਂ ਦੇ ਵਿੱਚ ਇੱਕ ਹੀ MLA ਉਸ ਖੇਤਰ ਦਾ ਜਾਂ ਇੱਕ ਹੀ MP ਹੁੰਦਾ ਹੈ। ਭਾਵ ਇੱਕ ਮੈਂਬਰੀ ਚੋਣ ਖੇਤਰ ਹੈ। ਚੋਣਾਂ ਹੋਣਗੀਆਂ, ਜਿੰਨੇ ਮਰਜ਼ੀ ਕੈਂਡੀਡੇਟ ਖੜੇ ਹੋ ਸਕਦੇ ਆ, ਪਰ ਚੁਣਿਆ ਇੱਕ ਮੈਂਬਰ ਹੀ ਜਾਊਗਾ। ਇਸ ਕਰਕੇ ਇਹਨੂੰ ਇੱਕ ਮੈਂਬਰੀ ਚੋਣ ਖੇਤਰ ਕਿਹਾ ਜਾਂਦਾ। ਅਗਲੀ ਇੱਕ ਬਹੁਤ ਨਿਵੇਕਲੀ ਵਿਸ਼ੇਸ਼ਤਾ ਬੇਟਾ ਸੰਯੁਕਤ ਚੋਣ ਮੰਡਲ। ਇਹ ਭਾਰਤੀ ਸੰਵਿਧਾਨ ਦੇ ਅਨੁਛੇਦ 325 ਦੇ ਵਿੱਚ ਜਿਹੜੀ ਇਹਦੀ ਵਿਵਸਥਾ ਕੀਤੀ ਗਈ ਹੈ। ਸੰਯੁਕਤ ਚੋਣ ਮੰਡਲ ਕੀ ਹੈ? ਭਾਵ ਜਿਹੜੀ ਵੋਟਰ ਸੂਚੀ ਆ ਉਹ ਸਾਂਝੀ ਵੋਟਰ ਸੂਚੀ ਹੋਊਗੀ, ਤੁਹਾਡੇ ਪਿੰਡ ਦੀ, ਤੁਹਾਡੇ ਸ਼ਹਿਰ ਦੀ, ਤੁਹਾਡੇ ਕਸਬੇ ਦੀ। ਉਸ ਦੇ ਵਿੱਚ ਇਹ ਨਹੀਂ ਹੈ ਕਿ ਪਹਿਲਾਂ ਮਰਦਾਂ ਦੇ ਨਾਮ ਆਉਣਗੇ ਵੋਟਰ ਸੂਚੀ। ਜਦੋਂ ਤੁਸੀਂ ਆਪਾਂ ਅੱਗੇ ਇੱਕ ਉਦਾਹਰਣ ਵੀ ਦੇਖਾਂਗੇ, ਕਦੇ ਵੋਟਰ ਸੂਚੀ ਦੇਖ ਕੇ ਦੇਖਿਓ ਤੁਸੀਂ, ਤਾਂ ਉਹਦੇ 'ਚ ਇਹ ਨਹੀਂ ਹੈਗਾ ਕਿ ਪਹਿਲਾਂ ਮਰਦਾਂ ਦੇ ਨਾਮ ਆਉਣਗੇ ਜਾਂ ਔਰਤਾਂ ਦੇ ਨਾਮ ਆਉਣਗੇ ਜਾਂ ਇਸ ਧਰਮ ਵਾਲਿਆਂ ਦੇ ਨਾਮ ਆਉਣਗੇ। ਨਹੀਂ, ਸੰਯੁਕਤ ਵੋਟਰ ਸੂਚੀ ਬਣੀ ਹੈ, ਸਾਂਝੀ। ਜਿਵੇਂ ਜਿਵੇਂ ਘਰਾਂ ਦੀਆਂ ਵੋਟਾਂ ਹੁੰਦੀਆਂ ਉਵੇਂ ਉਵੇਂ ਉਹਦੇ ਵਿੱਚ ਤਸਵੀਰਾਂ ਲੱਗੀਆਂ ਜਾਂ ਵੋਟਾਂ ਦੇ ਸੀਰੀਅਲ ਨੰਬਰ ਲੱਗੇ ਹੋਏ ਆ। ਸੁਭਾਵ ਸੰਯੁਕਤ ਚੋਣ ਮੰਡਲ ਦੀ ਵਿਵਸਥਾ ਕੀਤੀ ਗਈ ਬਿਨਾਂ ਕਿਸੇ ਭੇਦਭਾਵ ਤੋਂ। ਸਾਰਿਆਂ ਦੇ ਹੀ ਨਾਮ ਜਿਹੜੇ ਆ ਵੋਟਰ ਸੂਚੀ ਦੇ ਵਿੱਚ ਦਰਜ ਕੀਤੇ ਗਏ ਆ। ਅੱਗੇ ਅੱਗੇ ਬੇਟਾ ਇੱਕ ਬੜੀ ਨਿਵੇਕਲੀ ਵਿਸ਼ੇਸ਼ਤਾ ਹੋਰ ਆ ਸਾਡੇ ਭਾਰਤੀ ਚੋਣ ਪ੍ਰਣਾਲੀ ਦੀ, ਗੁਪਤ ਮਤਦਾਨ। ਤੁਸੀਂ ਚੋਣ ਪ੍ਰਕਿਰਿਆ ਦਾ ਕਰੇ ਤੁਸੀਂ ਤੁਹਾਡੇ ਅਧਿਆਪਕ ਸਾਹਿਬਾਨ ਤੁਹਾਨੂੰ ਰਿਹਰਸਲ ਕਰਾਉਣ, ਤੁਹਾਨੂੰ ਅਭਿਆਸ ਕਰਾਉਣ, ਤਾਂ ਉਹ 'ਚ ਪਤਾ ਹੋਊਗਾ ਕਿ ਜਾਂ ਕਦੇ ਤਸਵੀਰ ਦੇਖੀ ਹੋਊ ਜਦੋਂ ਕੋਈ ਵੋਟ ਪਾਉਣ ਜਾਂਦਾ ਤਾਂ ਉਹਦੇ ਸਾਹਮਣੇ ਉਹ ਓਲੇ ਦੇ ਵਿੱਚ ਜਾ ਕੇ ਵੋਟ ਪਾਉਂਦਾ। ਭਾਵ ਵੋਟ ਪਾਉਣ ਵਾਲੇ ਨੂੰ ਹੀ ਪਤਾ ਹੁੰਦਾ ਕਿ ਮੈਂ ਵੋਟ ਕਿਹਨੂੰ ਪਾਈ, ਦੂਜੇ ਨੂੰ ਨਹੀਂ ਪਤਾ ਹੁੰਦਾ। ਇਹ ਨਿਵੇਕਲੀ ਵਿਸ਼ੇਸ਼ਤਾ ਕਿ ਇਹਨੂੰ ਕੀ ਕਿਹਾ ਜਾਂਦਾ? ਗੁਪਤ ਮਤਦਾਨ। ਪਤਾ ਨਹੀਂ ਹੁੰਦਾ, ਗੁਪਤ ਹੁੰਦਾ ਉਹਦਾ, ਵੋਟ ਕਿਹਨੂੰ ਪਾਈ ਦੂਸਰੇ ਬੰਦੇ ਨੂੰ ਨਹੀਂ ਪਤਾ ਹੁੰਦਾ। ਅੱਗੇ ਅੱਗੇ ਬੇਟਾ ਚੋਣ ਆਯੋਗ। ਭਾਰਤੀ ਚੋਣ ਪ੍ਰਣਾਲੀ ਦੀ ਸਾਰੇ ਸਿਸਟਮ ਨੂੰ ਚਲਾਉਣ ਦੇ ਲਈ ਚੋਣ ਆਯੋਗ ਦੀ ਵਿਵਸਥਾ ਕੀਤੀ ਗਈ। ਇਹ ਵੀ ਇੱਕ ਵਿਸ਼ੇਸ਼ਤਾ ਭਾਰਤੀ ਚੋਣ ਪ੍ਰਣਾਲੀ ਦੀ। ਸੋ ਜੇ ਆਪਾਂ ਗੱਲ ਕਰੀਏ ਕਿ ਭਾਰਤੀ ਚੋਣ ਪ੍ਰਣਾਲੀ ਦੀਆਂ ਜਿਹੜੀਆਂ ਸੀ ਇਹ ਸਾਰੀਆਂ ਹੀ ਵਿਵਸਥਾਵਾਂ ਦੀ ਗੱਲ ਕੀਤੀ ਹੈ, ਵਿਸ਼ੇਸ਼ਤਾਵਾਂ ਦੀ ਗੱਲ ਕੀਤੀ ਹੈ, ਤਾਂ ਇੱਥੋਂ ਇਹ ਸਾਹਮਣੇ ਉੱਭਰ ਕੇ ਆਉਂਦਾ ਕਿ ਭਾਰਤੀ ਚੋਣ ਪ੍ਰਣਾਲੀ ਨਿਵੇਕਲੀਆਂ ਵਿਸ਼ੇਸ਼ਤਾਵਾਂ ਰੱਖਦੀ ਹੈ। ਭਾਰਤ ਦੇ ਸੰਵਿਧਾਨ ਦੇ ਵਿੱਚ ਜੋ ਆਪਾਂ ਡਿਸਕਸ ਕੀਤਾ ਉਹਨਾਂ ਸਾਰਿਆਂ ਦੀ ਜਿਵੇਂ ਆਪਾਂ ਕਹਿ ਲਈਏ ਸੰਵਿਧਾਨਿਕ ਵਿਵਸਥਾ ਕੀਤੀ ਗਈ ਹੈ। ਸੋ ਪਿਆਰੇ ਵਿਦਿਆਰਥੀ, ਇਸ ਤੋਂ ਅੱਗੇ ਅਸੀਂ ਗੱਲ 7ਵਾਂ ਪੁਆਇੰਟ ਕੀਤਾ ਸੀ ਕਿ ਭਾਰਤੀ ਚੋਣ ਆਯੋਗ। ਹੁਣ ਚੋਣ ਆਯੋਗ ਕੀ ਆ? ਚੋਣ ਕਮਿਸ਼ਨ ਵੀ ਕਹਿ ਦਿੰਦੇ ਇਹਨੂੰ। ਚੋਣ ਕਮਿਸ਼ਨ ਹੈ ਜਿਹੜਾ ਉਹ ਭਾਰਤੀ ਸੰਵਿਧਾਨ ਦੇ ਅਨੁਛੇਦ 324 ਦੇ ਨਾਲ ਸੰਬੰਧਿਤ ਆ। ਇਹ 324 ਅਨੁਛੇਦ ਭਾਰਤੀ ਚੋਣ ਆਯੋਗ ਦੇ ਨਾਲ ਸੰਬੰਧਿਤ ਆ ਪਿਆਰੇ ਵਿਦਿਆਰਥੀਓ। ਜਿਹਦੀ ਸਥਾਪਨਾ ਜਿਹੜੀ ਆ 25 ਜਨਵਰੀ 1950 ਨੂੰ ਕੀਤੀ ਗਈ ਸੀ। ਸੋ ਯਾਦ ਰੱਖਣਾ 26 ਜਨਵਰੀ ਤੋਂ ਇੱਕ ਦਿਨ ਪਹਿਲਾਂ ਭਾਰਤੀ ਚੋਣ ਆਯੋਗ ਦੀ ਜਿਹੜੀ ਆ ਸਥਾਪਨਾ ਕੀਤੀ ਗਈ ਸੀ। ਉਸ ਦਿਨ ਅਸੀਂ ਕਿਹੜਾ ਦਿਵਸ ਮਨਾਉਂਦੇ ਆ? ਯਾਦ ਕਰੋ, ਅਸੀਂ ਵੋਟਰ ਦਿਵਸ ਦੇ ਨਾਂ ਨਾਲ ਵੀ ਜਾਣਦੇ ਹਾਂ। ਔਰ ਭਾਰਤੀ ਚੋਣ ਆਯੋਗ ਉਹ ਕਮਿਸ਼ਨ ਆ ਜਿਸ ਦੀ ਵਿਵਸਥਾ ਇਹ ਸਾਰੀ ਚੋਣ ਪ੍ਰਣਾਲੀ ਦੀਆਂ ਪ੍ਰਕਿਰਿਆਵਾਂ ਨੂੰ ਪੂਰਾ ਕਰਨ ਦੇ ਲਈ ਕੀਤੀ ਗਈ ਹੈ। ਇੱਕ ਉਹ ਸੰਸਥਾ ਜੋ ਭਾਰਤ ਦੇ ਵਿੱਚ ਚੋਣਾਂ ਕਰਵਾਉਂਦੀ ਹੈ। ਇਹਦੀ ਡਿਊਟੀ ਮੇਨ ਕੀ ਆ? ਚੋਣਾਂ ਕਰਵਾਉਣਾ। ਭਾਰਤੀ ਚੋਣ ਆਯੋਗ ਆ ਜਿਹੜਾ ਇਹ ਬਹੁ ਮੈਂਬਰੀ ਚੋਣ ਆਯੋਗ ਆ ਬੇਟਾ। ਭਾਵ ਇਸ ਦੇ ਇੱਕ ਮੁੱਖ ਚੋਣ ਕਮਿਸ਼ਨਰ ਤੇ 2 ਹੋਰ ਚੋਣ ਕਮਿਸ਼ਨਰ ਹੋਣਗੇ। ਇਹ ਪਹਿਲਾਂ ਇਹ ਵਿਵਸਥਾ ਨਹੀਂ ਸੀ, ਬਾਅਦ ਦੇ ਵਿੱਚ ਕੀਤੀ ਗਈ ਹੈ। ਪਹਿਲਾਂ ਇੱਕ ਹੀ ਚੋਣ ਕਮਿਸ਼ਨਰ ਹੁੰਦਾ ਸੀ, ਪਰ ਬਾਅਦ ਦੇ ਵਿੱਚ 1993 ਦੇ ਵਿੱਚ
ਬਹੁ ਮੈਂਬਰੀ ਚੋਣ ਆਯੋਗ ਦੀ ਵਿਵਸਥਾ ਕਰ ਦਿੱਤੀ ਗਈ ਆ। ਇੱਕ ਮੁੱਖ ਚੋਣ ਕਮਿਸ਼ਨਰ ਤੇ 2 ਹੋਰ ਚੋਣ ਕਮਿਸ਼ਨਰ ਹੋਣਗੇ। ਸੋ ਇਹ ਜਿਹੜੀ ਵਿਵਸਥਾ ਕੀਤੀ ਗਈ ਆ, ਇਸ ਦੇ ਅਧੀਨ ਮੌਜੂਦਾ ਸਮੇਂ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸ਼੍ਰੀ ਰਾਜੀਵ ਕੁਮਾਰ ਜੀ ਹੈ ਅਤੇ 2 ਹੋਰ ਚੋਣ ਕਮਿਸ਼ਨਰ ਆ ਜਿਹੜੇ ਸ਼੍ਰੀ ਅਨੂਪ ਚੰਦਰ ਪਾਂਡੇ ਅਤੇ ਸ਼੍ਰੀ ਅਰੁਣ ਗੋਇਲ, 2 ਹੋਰ ਚੋਣ ਕਮਿਸ਼ਨਰ ਜਿਹੜੇ ਨਾਲ ਨਿਯੁਕਤ ਕੀਤੇ ਗਏ ਆ। ਯਾਦ ਰੱਖਣਾ, ਤੁਹਾਨੂੰ ਇਹ ਸਵਾਲ ਆ ਸਕਦਾ ਕਿ ਭਾਰਤੀ ਚੋਣ ਆਯੋਗ ਦੇ ਕਿੰਨੇ ਮੈਂਬਰ ਹੁੰਦੇ ਆ ਜਾਂ ਕਿੰਨੇ ਚੋਣ ਕਮਿਸ਼ਨਰ ਆ, ਜਾਂ ਮੁੱਖ ਚੋਣ ਕਮਿਸ਼ਨਰ ਦਾ ਨਾਮ ਪੁੱਛਿਆ ਜਾ ਸਕਦਾ ਜਾਂ ਜਿਹੜੇ 2 ਚੋਣ ਕਮਿਸ਼ਨਰ ਆ ਉਹਨਾਂ ਦਾ ਨਾਮ ਪੁੱਛਿਆ ਜਾ ਸਕਦਾ। ਸੋ ਇਹ ਆਪਦੇ ਦਿਮਾਗ ਦੇ ਵਿੱਚ ਵਸਾ ਲੈਣਾ ਕਿ ਜਿਹੜਾ ਭਾਰਤੀ ਚੋਣ ਆਯੋਗ ਆ, ਭਾਰਤੀ ਚੋਣ ਕਮਿਸ਼ਨ ਆ, ਇਹ ਬਹੁ ਮੈਂਬਰੀ ਆ। ਰਿਪੀਟ ਕਰੋ, ਕਿੰਨੇ ਮੈਂਬਰ ਇਹਦੇ? 3। ਇੱਕ ਮੁੱਖ ਚੋਣ ਕਮਿਸ਼ਨਰ ਤੇ 2 ਜਿਹੜੇ ਆ ਹੋਰ ਨਾਲ ਚੋਣ ਕਮਿਸ਼ਨਰ ਨਾਲ ਹੋਰ ਲਗਾਏ ਗਏ ਆ। ਫਿਰ ਜਿਹੜੇ ਭਾਰਤੀ ਚੋਣ ਆਯੋਗ ਬਣਾਇਆ, ਇਹਦੇ ਕੰਮ ਕੀ ਆ, ਕੀ ਕੰਮ ਕਰਦਾ ਇਹ? ਸੋ ਬੇਟਾ ਪਹਿਲੇ ਨੰਬਰ ਤੇ ਹੈ ਸਭ ਤੋਂ ਮਹੱਤਵਪੂਰਨ ਕੰਮ ਆ ਜਿਹੜਾ ਚੋਣ ਕਮਿਸ਼ਨ ਦਾ, ਚੋਣਾਂ ਦਾ ਨਿਰੀਖਣ, ਨਿਰਦੇਸ਼ਨ ਅਤੇ ਕੰਟਰੋਲ ਕਰਨਾ। ਭਾਰਤੀ ਚੋਣ ਆਯੋਗ ਦਾ ਮੁੱਖ ਕੰਮ ਕੀ ਆ? ਚੋਣਾਂ ਦਾ ਨਿਰੀਖਣ, ਨਿਰਦੇਸ਼ਨ ਅਤੇ ਕੰਟਰੋਲ ਕਰਨਾ। ਭਾਵ ਚੋਣਾਂ ਜਿਹੜੀਆਂ ਹੁੰਦੀਆਂ ਉਹਨਾਂ ਨੂੰ ਆਬਜ਼ਰਵ ਕੌਣ ਕਰਦਾ? ਚੋਣ ਕਮਿਸ਼ਨ। ਉਹਦੇ ਲਈ ਨਿਰਦੇਸ਼ਨ ਭਾਵ ਦਿਸ਼ਾ ਨਿਰਦੇਸ਼, ਹਦਾਇਤਾਂ ਕੌਣ ਜਾਰੀ ਕਰਦਾ? ਚੋਣ ਕਮਿਸ਼ਨ। ਤੇ ਕੰਟਰੋਲ ਕੌਣ ਰੱਖਦਾ? ਕੰਟਰੋਲ ਤੋਂ ਭਾਵ ਨਿਗਰਾਨੀ ਰੱਖਣੀ। ਉਹ ਭਾਵੇਂ ਨਿਰੀਖਣ ਦੇ ਵਿੱਚ ਸ਼ਾਮਲ ਆ, ਪਰ ਨਿਰੀਖਣ ਤੇ ਨਿਗਰਾਨੀ 'ਚ ਅੰਤਰ ਆ। ਕੰਟਰੋਲ ਸਥਾਪਿਤ ਕੀਤਾ ਗਿਆ, ਪੂਰਨ ਕੰਟਰੋਲ ਆ ਉਹਦੇ ਤੇ ਸਾਰੀ ਮਸ਼ੀਨਰੀ ਤੇ ਜਦੋਂ ਚੋਣਾਂ ਹੁੰਦੀਆਂ। ਤੇ ਕਿਹਦਾ ਕੰਟਰੋਲ ਹੁੰਦਾ? ਚੋਣ ਕਮਿਸ਼ਨ ਦਾ। ਅੱਗੇ ਬੇਟਾ ਵੋਟਰ ਸੂਚੀਆਂ ਦੀ ਤਿਆਰੀ। ਭਾਰਤੀ ਚੋਣ ਆਯੋਗ ਦਾ ਹੋਰ ਕੀ ਕੰਮ ਆ? ਭਾਰਤੀ ਚੋਣ ਆਯੋਗ ਵੋਟਰ ਸੂਚੀਆਂ ਤਿਆਰ ਕਰਦਾ। ਦੇਖੋ, ਜੇ ਚੋਣਾਂ ਕਰਵਾਉਣੀਆਂ ਤਾਂ ਵੋਟਰ ਰਜਿਸਟਰਡ ਹੋਣੇ ਚਾਹੀਦੇ ਆ, ਤਾਂ ਵੋਟਰ ਸੂਚੀਆਂ ਦੀ ਤਿਆਰੀ ਹੋਣੀ ਚਾਹੀਦੀ ਹੈ। ਸੋ ਭਾਰਤੀ ਚੋਣ ਕਮਿਸ਼ਨ ਆ ਜਿਹੜਾ ਵੋਟਰ ਸੂਚੀਆਂ ਦੀ ਤਿਆਰੀ ਕਰਦਾ। ਇਹ ਸਮੇਂ-ਸਮੇਂ ਤੇ ਜਿਹੜੀਆਂ ਵੋਟਰ ਸੂਚੀਆਂ ਜਦੋਂ ਚੋਣਾਂ ਹੁੰਦੀਆਂ ਉਦੋਂ ਪਹਿਲਾਂ ਅਪਡੇਟ ਕੀਤੀਆਂ ਜਾਂਦੀਆਂ BLOs ਦੁਆਰਾ, ਬੂਥ ਲੈਵਲ ਅਫਸਰ ਦੁਆਰਾ। ਜਿਹੜੇ ਨਵੇਂ ਵੋਟਰ ਹੁੰਦੇ ਆ 18 ਸਾਲ ਵਾਲੇ, ਉਹਨਾਂ ਨੂੰ ਸ਼ਾਮਲ ਕਰ ਲਿਆ ਜਾਂਦਾ ਵੋਟਰ ਸੂਚੀ ਦੇ ਵਿੱਚ। ਜਿਹੜੇ ਮਰ ਚੁੱਕੇ ਹੁੰਦੇ ਆ ਜਾਂ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੁੰਦੀ ਆ, ਉਹਨਾਂ ਨੂੰ ਡਿਲੀਟ ਕਰ ਦਿੱਤਾ ਜਾਂਦਾ ਵੋਟਰ ਸੂਚੀ ਦੇ ਵਿੱਚ। ਭਾਵ ਵੋਟਰ ਸੂਚੀਆਂ ਦੀ ਅਪਡੇਸ਼ਨ ਦਾ ਕੰਮ ਵੀ ਕੌਣ ਕਰਵਾਉਂਦਾ? ਕਿਹਦੀ ਨਿਗਰਾਨੀ 'ਚ ਹੁੰਦਾ? ਚੋਣ ਆਯੋਗ। ਚੋਣਾਂ ਲਈ ਮਿਤੀ ਦੀ ਘੋਸ਼ਣਾ ਕਰਨਾ, ਇਹ ਵੀ ਭਾਰਤੀ ਚੋਣ ਕਮਿਸ਼ਨ ਦਾ ਕੰਮ ਆ। ਚੋਣਾਂ ਲਈ ਮਿਤੀ ਦੀ ਘੋਸ਼ਣਾ ਕਰਨਾ ਕਿ ਚੋਣਾਂ ਹੋਣਗੀਆਂ ਕਦੋਂ, ਕੀ ਉਹਦਾ ਟਾਈਮ ਲਾਈਨ ਹੋਊਗੀ, ਕਦੋਂ ਨਾਮਜ਼ਦਗੀ ਪੱਤਰ ਦਾਖਲ ਕਰਨੇ ਆ ਉਮੀਦਵਾਰਾਂ ਨੇ, ਕਦੋਂ ਨਾਮਜ਼ਦਗੀ ਪੱਤਰਾਂ ਦੀ ਵਿੱਚੋਂ ਉਮੀਦਵਾਰਾਂ ਨੇ ਵਾਪਸ ਕਦੋਂ ਤੱਕ ਲੈ ਸਕਦਾ, ਕਦੋਂ ਉਹਦੀ ਸਕਰੂਟਨੀ ਹੋਊਗੀ, ਭਾਵ ਜਾਂਚ ਪੜਤਾਲ ਕਦੋਂ ਹੋਊਗੀ ਜਿਹੜੇ ਕੈਂਡੀਡੇਟਸ ਵੱਲੋਂ ਪੇਪਰ ਦਾਖਲ ਕੀਤੇ ਗਏ ਆ। ਸੋ ਇਹ ਸਾਰੀ ਚੀਜ਼ਾਂ ਟਾਈਮ ਲਾਈਨ ਚੋਣਾਂ ਲਈ ਮਿਤੀ ਦੀ ਘੋਸ਼ਣਾ ਨਾਲ ਨਾਲ ਸਾਰੀ ਟਾਈਮ ਲਾਈਨ ਜਿਹੜੀ ਆ ਉਹ ਭਾਰਤੀ ਚੋਣ ਆਯੋਗ ਵੱਲੋਂ ਜਾਰੀ ਕੀਤੀ ਜਾਂਦੀ ਆ। ਅੱਗੇ ਇੱਕ ਹੋਰ ਮਹੱਤਵਪੂਰਨ ਕੰਮ, ਹੁਣ ਚੋਣਾਂ ਦੇ ਲਈ ਰਾਜਨੀਤਿਕ ਦਲਾਂ ਦਾ ਹੋਣਾ ਬੜਾ ਜ਼ਰੂਰੀ ਆ। ਅਸੀਂ ਆਮ ਹੀ ਅੱਗੇ ਪਿਛਲੇ ਕਈ ਸਾਲ ਪਹਿਲਾਂ ਇੱਕ ਸਵਾਲ ਵੀ ਆਇਆ ਸੀ, ਜਿਵੇਂ ਰਾਜਨੀਤਿਕ ਦਲ ਦੇ ਬਾਰੇ ਗੱਲ ਕੀਤੀ ਗਈ ਸੀ ਕਿ ਲੋਕਤੰਤਰ ਦੀ ਜਿੰਦ ਜਾਨ ਹੁੰਦੇ ਹਨ। ਸੋ ਬਾਕੀ ਇਹ ਚੀਜ਼ ਹੈ, ਲੋਕਤੰਤਰ ਦੀ ਸਫਲਤਾ ਰਾਜਨੀਤਿਕ ਦਲਾਂ ਤੇ ਨਿਰਭਰ ਕਰਦੀ ਹੈ। ਸੋ ਰਾਜਨੀਤਿਕ ਦਲ ਕਿਹੜੇ ਨੂੰ ਮਾਨਤਾ ਦੇਣੀ ਆ ਤੇ ਕਿਹਦੀ ਮਾਨਤਾ ਰੱਦ ਕਰਨੀ ਆ। ਸੋ ਇਹ ਸਾਰੇ ਕੰਮ ਆ ਜਿਹੜੇ ਚੋਣ ਆਯੋਗ ਦੁਆਰਾ ਕੀਤੇ ਜਾਂਦੇ ਆ। ਰਾਜਨੀਤਿਕ ਦਲ ਹੀ ਕਿਸੇ ਰਾਜਨੀਤਿਕ ਦਲ ਨੂੰ ਹੀ ਜਿਹੜਾ ਚੋਣ ਆਯੋਗ ਆ ਸਾਡਾ, ਉਹ ਇਹ ਦੱਸਦਾ ਕਿ ਇਹ ਰਾਸ਼ਟਰੀ ਪੱਧਰ ਦਾ ਜਾਂ ਰਾਜ ਪੱਧਰ ਇਸ ਤਰ੍ਹਾਂ ਦੀ ਮਾਨਤਾ ਚੋਣ ਆਯੋਗ ਦੁਆਰਾ ਦਿੱਤੀ ਜਾਂਦੀ ਹੈ। ਤੇ ਜਿਹੜੀ ਮਾਨਤਾ ਰੱਦ ਕਰਨੀ, ਇਹ ਹੁਣ ਤੁਹਾਡੇ ਮਨ 'ਚ ਸਵਾਲ ਆ ਗਿਆ ਹੋਊਗਾ ਵੀ ਰੱਦ ਕਿਉਂ ਕਰਨੀ? ਰੱਦ ਇਸ ਕਰਕੇ ਕਰਨੀ ਬੇਟਾ ਜੀ, ਜਦੋਂ ਇੱਕ ਆਦਰਸ਼ ਆਚਾਰ ਸੰਹਿਤਾ ਹੁੰਦੀ ਆ, ਕੋਡ ਆਫ ਕੰਡਕਟ ਹੁੰਦਾ, ਰੂਲ ਹੁੰਦੇ ਆ, ਨਿਯਮਾਵਲੀ ਹੁੰਦੀ ਆ, ਹਦਾਇਤਾਂ ਹੁੰਦੀਆਂ,
वो कौन जारी करता? आप पहले ही उपर पढ़ चुके हैं, गल कर चुके हैं, चोण कमीशन। तो जदों कोई राजनीतिक दल उन्हां हदायतां की उलंघना करता जां उस नियमावली ते पूरा खरा नहीं उतरदा, तां चोण आयोग कोले अधिकार आ कि वह राजनीतिक दलों की मानता नूं रद्द भी कर सकदा। उस तो अगे बेटा चोण निशान देना, यह भी राजनीतिक दलों का महत्वपूर्ण जिहड़ा एक निशान हुंदा हरेक दा। सो ये काम कौन करदा? चोण आयोग। चोण आयोग द्वारा चोण निशान दिते जांदे आ। हुण जिवें आपां गल करिए कि साडे राष्ट्रीय राजनीतिक दलों की गल करिए, जिवें आम आदमी पार्टी हुणे हुणे राष्ट्रीय राजनीतिक दल बनिया, तां ये जिवें पहिलां भी भावें स्थापित सीगा, इहनूं चोण निशान जिहड़ा मिलिਆ झाड़ू। जां आपां गल करिए भारतीय राष्ट्रीय कांग्रेस की, भारतीय राष्ट्रीय कांग्रेस का चोण निशान पंजा। सो इस तरह ही होर राष्ट्रीय राजनीतिक दलों के सारिਆਂ ਦੇ चोण निशान है। इवें राज पੱਧਰ ਦੇ राष्ट्रीय ਜਿਹੜੇ राज पੱਧਰ ਦੇ राजनीतिक दल ਹੁੰਦੇ ਆ ਉਹਨਾਂ ਦੀ भी अपने चोण निशान ਆ। ਇਹ ਸਾਰੇ कौन ਦਿੰਦਾ चोण निशान? चोण आयोग। अगे अगे बेटा आचार संहिता शब्द बड़ा तुहानूं औखा लगदा होऊगा, पर यह सौखे तरीके नाल समझना सी। कोड ऑफ कंडक्ट मैं पहले ही गल कर चुकिया। नियमावली, नियम, हदायतां। सो चोणां करवाउण दे लई कुछ हदायतां जारी कीतियां ने, नियमावली बनाई जाती है, उहनूं की कहा जाता? आचार संहिता, कोड ऑफ कंडक्ट। सो ये भी चोण आयोग द्वारा बनाया जाता। सो ये जो असीं पहलां डिस्कस किए प्यारे विद्यार्थी, असीं चोण आयोग दे काम। हुण असीं गल करांगे चोण प्रक्रिया दी। साडे इस लैसन दे विच 3 टॉपिक आ जिहड़े महत्वपूर्ण टॉपिक बन जाते हैं। पहला असीं गल कीती सी भारतीय चोण प्रणाली दीयां विशेषतावां। असीं पढ़िया कि भारतीय चोण प्रणाली किस तरह की है, जिवें एक मैंबरी चोण खेतर, संयुक्त चोण मंडल, सार्वजनिक बालग मत अधिकार, इस तरह की चीज़ां। उस तो बाद असीं गल कीती चोण आयोग दी कि चोण आयोग कदों स्थापित होया, इहदे काम की ने। सो अगे आ गया इसे लैसन का साडा तीजा महत्वपूर्ण पक्ष, तीजा महत्वपूर्ण प्रश्न है जिहड़ा चोण प्रक्रिया। आम तौर ते ही पेपर दे विच ये सवाल जिहड़ा आ जांदा। सो भारतीय चोण प्रक्रिया जिहड़ी है बेटा लोक प्रतिनिधिता एक्ट 1951 जां इस तो बाद जिहड़ियां समय समय ते सोधां होईयां उस दे अनुसार ही चलदी है। याद रखना किहड़ा? लोक प्रतिनिधिता एक्ट 1951। ये एक्ट बड़ा महत्वपूर्ण है। इहदे विच ही राजनीतिक दलों की रजिस्ट्रेशन की गल भी हुंदी है, चोण आयोग की गल भी हुंदी है, चोण प्रक्रिया की गल भी हुंदी है। सो चोण प्रक्रिया नूं सौखे तरीके नाल मैं तुहानूं दस्सां, जदों चोणां होणीआं, चोणां दे शुरू होण तो लैके चोणां दे खत्म होण तक, भाव चोणां दी मिति की घोषणा तो लैके चोण नतीजे तक जिन्नी प्रक्रिया चलती है, जिन्नी प्रोसैस चलती है, जिहदे बारे आपां हुण विचार चर्चा करांगे, वो सारी दी सारी की है चोण प्रक्रिया। ते वो किहड़े एक्ट दे अधीन है? लोक प्रतिनिधिता एक्ट 1951 दे अधीन है। सो आओ आपां हुण चोण प्रक्रिया की गल करिए। चोण प्रक्रिया दे जिहड़े पड़ाव बेटा, सब तो पहला पड़ाव जिहड़ा चोण प्रक्रिया दा वो है चोण खेतरां दी हदबंदी। हदबंदी तो भाव डिलिमिटेशन, भाव एक कित्थों तक जिहड़ा चोण खेतर होऊगा। तुसीं जिस भी विधान सभा हलके दे विच रह रहे हो जां लोक सभा हलके दे विच रह रहे हो, करी ना अपने अध्यापक की सहायता दे नाल मैप देखने की कोशिश करियो। जिहड़ा लोक सभा हलकिਆਂ वाला जां विधान सभा हलकिਆਂ वाला, जां तुसीं आप अजकल तां बच्चे इंटरनेट की मदद दे नाल बड़ियां वधिया वधिया चीज़ां असीं लभ लैंदे आ। सो देखण दी मैप देखण की कोशिश करियो कि हदबंदी कीती हुंदी है कि ये वाला खेतर इत्थों तक आ। पर विधान सभा खेतर तुहाडे एरिए की गल करां, मैं जे मन के चलो उदाहरण के तौर पर मैं बरनाला की गल करां तां बरनाला दे विच जिहड़े 3 विधान सभा हलके पैंदे आ, बरनाला, महल कलां ते भदौड़।
ਉਹਨਾਂ ਦੀ ਹੱਦਬੰਦੀ ਕੀਤੀ ਹੋਈ ਹੈ, ਕਿਹੜੇ ਪਿੰਡ ਭਦੌੜ ਖੇਤਰ ਚ ਆਉਣਗੇ, ਕਿਹੜੇ ਪਿੰਡ ਮਹਿਲ ਕਲਾਂ ਖੇਤਰ ਚ ਆਉਣਗੇ ਤੇ ਕਿਹੜੇ ਪਿੰਡ ਬਰਨਾਲਾ ਖੇਤਰ ਚ ਆਉਣਗੇ। ਇਸੇ ਤਰ੍ਹਾਂ ਹੀ ਅਲੱਗ-ਅਲੱਗ ਜ਼ਿਲ੍ਹੇ ਆ, ਜਿਵੇਂ ਜੇ ਮੋਗਾ ਦੀ ਗੱਲ ਕਰੀਏ, ਨਿਹਾਲ ਸਿੰਘ ਵਾਲਾ ਵਿਧਾਨ ਸਭਾ ਹਲਕਾ, ਬਾਘਾ ਪੁਰਾਣਾ ਵਿਧਾਨ ਸਭਾ ਹਲਕਾ, ਧਰਮਕੋਟ ਵਿਧਾਨ ਸਭਾ ਹਲਕਾ, ਮੋਗਾ ਵਿਧਾਨ ਸਭਾ ਹਲਕਾ। ਸੋ ਇਹਨਾਂ ਦੀ ਹੱਦਬੰਦੀ ਕੀਤੀ ਨੇ ਕਿ ਕਿਹੜੇ ਪਿੰਡ ਕਿਹੜੇ ਖੇਤਰ ਚ ਆਉਣਗੇ, ਹਲਕੇ ਚ ਆਉਣਗੇ, ਕਿਹੜੇ ਪਿੰਡ ਕਿਹੜੇ ਹਲਕੇ ਚ ਆਉਣਗੇ। ਉਹ ਇਹ ਕੌਣ ਬਣਾਉਂਦਾ? ਇਹਦੇ ਲਈ 3 ਮੈਂਬਰੀ ਕਮੇਟੀ ਹੁੰਦੀ ਹੈ। ਸਭ ਤੋਂ ਪਹਿਲਾ ਪੜਾਅ ਇਹ ਹੱਦਬੰਦੀ ਕੀਤੀ ਜਾਂਦੀ ਹੈ। 3 ਮੈਂਬਰੀ ਕਮੇਟੀ ਦੇ ਵਿੱਚ ਸਰਵਉੱਚ ਅਦਾਲਤ ਦੇ 2 ਜੱਜ, ਚਾਹੇ ਤਾਂ ਉਹ ਸੇਵਾਧੀਨ ਹੋਣ ਜਾਂ ਸੇਵਾ ਮੁਕਤ ਹੋ ਚੁੱਕੇ ਹੋਣ, ਉਹ ਹੁੰਦੇ ਆ। ਤੇ ਇਸ ਤੋਂ ਇਲਾਵਾ ਮੁੱਖ ਚੋਣ ਕਮਿਸ਼ਨਰ ਇਹਦਾ ਅਹੁਦੇ ਕਾਰਨ ਮੈਂਬਰ ਹੁੰਦਾ। ਸੋ ਸਭ ਤੋਂ ਪਹਿਲਾਂ ਕੀ ਕੀਤਾ ਨੇ? ਚੋਣ ਖੇਤਰਾਂ ਦੀ ਹੱਦਬੰਦੀ ਕੀਤੀ ਜਾਂਦੀ ਹੈ ਜਨਸੰਖਿਆ ਦੇ ਆਧਾਰ ਤੇ। ਦੂਸਰਾ, ਚੋਣ ਪ੍ਰਕਿਰਿਆ ਦੇ ਪੜਾਅ ਦੇ ਵਿੱਚ ਦੂਸਰਾ ਪੁਆਇੰਟ ਆ ਗਿਆ ਸਾਡਾ ਵੋਟਰ ਸੂਚੀਆਂ ਤਿਆਰ ਕਰਨਾ। ਮੈਂ ਦੇਖੋ ਪਹਿਲਾਂ ਮੈਂ ਗੱਲ ਕਰੀ ਸੀ ਨਾ, ਵੋਟਰ ਸੂਚੀਆਂ 'ਚ ਇਹ ਨਹੀਂ ਹੁੰਦਾ ਕਿ ਮਰਦ ਦੀ ਸੂਚੀ ਪਹਿਲਾਂ ਆਉਂਦੀ ਹੈ ਜਾਂ ਔਰਤਾਂ ਦੀ ਸੂਚੀ ਪਹਿਲਾਂ ਆਉਂਦੀ। ਦੇਖੋ ਸਕਰੀਨ ਤੇ ਦੇਖੋ ਤੁਸੀਂ ਧਿਆਨ ਨਾਲ ਕਿ ਸਾਂਝੀ ਹੈ, ਕਿਤੇ ਔਰਤ ਦੀ ਫੋਟੋ ਦਿਖਾਈ ਦੇ ਰਹੀ ਹੈ, ਕਿਤੇ ਮਰਦ ਦੀ ਦਿਖਾਈ ਦੇ ਰਹੀ ਹੈ। ਸੋ ਇਹ ਵੋਟਰ ਸੂਚੀਆਂ ਤਿਆਰ ਕਰਨਾ ਵੀ ਕੰਮ ਜਿਹੜਾ ਚੋਣ ਆਯੋਗ ਦਾ, ਇਹ ਚੋਣ ਪ੍ਰਕਿਰਿਆ ਦਾ ਦੂਜਾ ਪੜਾਅ। ਕਿਉਂਕਿ ਚੋਣਾਂ ਕਰਵਾਉਣ ਤੋਂ ਪਹਿਲਾਂ ਅਸੀਂ ਚੋਣ ਖੇਤਰ ਦੀ ਹੱਦਬੰਦੀ ਕਰ ਲਈ, ਉਸ ਤੋਂ ਬਾਅਦ ਵੋਟਰ ਸੂਚੀਆਂ ਅਪਡੇਟ ਕਰਨੀਆਂ, ਨਵੇਂ ਵੋਟਰਾਂ ਦੇ ਨਾਮ ਵੋਟਰ ਸੂਚੀ ਸ਼ਾਮਲ ਕਰਨੇ ਆ, ਔਰ ਮਰ ਚੁੱਕੇ ਜਿਹੜੇ ਵੋਟਰ ਆ ਉਹਨਾਂ ਦੇ ਨਾਮ ਉੱਥੋਂ ਡਿਲੀਟ ਕਰਨੇ ਹੁੰਦੇ ਆ। ਸੋ ਵੋਟਰ ਸੂਚੀਆਂ ਦੀ ਅਪਡੇਸ਼ਨ ਹੁੰਦੀ ਹੈ। ਇਸ ਤੋਂ ਇਲਾਵਾ ਇਹ ਵੀ ਹੁੰਦਾ ਕਿ ਕਈ ਵੋਟਰ ਆ ਜਿਹੜੇ ਇੱਕ ਥਾਂ ਤੋਂ ਦੂਜੀ ਥਾਂ ਸ਼ਿਫਟ ਹੋ ਜਾਂਦੇ ਆ, ਸੋ ਉਹ ਵੀ ਆਪਦੀ ਵੋਟ ਕਟਵਾ ਕੇ ਨਵੇਂ ਥਾਂ ਤੇ ਲੈ ਕੇ ਜਾਂਦੇ। ਸੋ ਵੋਟਰ ਸੂਚੀਆਂ ਤਿਆਰ ਕਰਨਾ ਚੋਣ ਪ੍ਰਕਿਰਿਆ ਦਾ ਦੂਜਾ ਪੜਾਅ। ਤੀਜਾ, ਜਦੋਂ ਚੋਣ ਖੇਤਰ ਦੀ ਹੱਦਬੰਦੀ ਹੋ ਗਈ, ਵੋਟਰ ਸੂਚੀਆਂ ਦੀ ਅਪਡੇਸ਼ਨ ਹੋ ਗਈ, ਫਿਰ ਚੋਣ ਮਿਤੀ ਦੀ ਘੋਸ਼ਣਾ ਹੁੰਦੀ ਆ ਕਿ ਚੋਣਾਂ ਕਦੋਂ ਹੋਣਗੀਆਂ। ਜਦੋਂ ਚੋਣ ਮਿਤੀ ਦੀ ਘੋਸ਼ਣਾ ਹੋ ਜਾਂਦੀ ਹੈ ਤਾਂ ਚੋਣ ਜ਼ਾਬਤਾ ਜਿਹੜਾ ਉਹ ਨਾਲ ਦੀ ਨਾਲ ਆਚਾਰ ਸੰਹਿਤਾ ਲਾਗੂ ਹੋ ਜਾਂਦਾ। ਚੋਣ ਮਿਤੀ ਦੀ ਘੋਸ਼ਣਾ ਕਦੋਂ ਚੋਣਾਂ ਹੋਣਗੀਆਂ, ਟਾਈਮਲਾਈਨ ਜਾਰੀ ਕੀਤੀ ਜਾਂਦੀ ਹੈ। ਕੌਣ ਕਰਦਾ ਇਹ? ਚੋਣ ਕਮਿਸ਼ਨ। ਫਿਰ ਉਸ ਤੋਂ ਬਾਅਦ ਚੋਣਾਂ ਕਰਵਾਉਣ ਦੇ ਲਈ ਹੁਣ ਚੋਣ ਕਮਿਸ਼ਨ ਨੂੰ ਅਧਿਕਾਰੀਆਂ ਦੀ ਲੋੜ ਵੀ ਪੈਂਦੀ ਹੈ। ਅਧਿਕਾਰੀਆਂ ਦੀ ਲੋੜ ਇਹ ਨਹੀਂ ਹੈ ਕਿ ਨਵੀਂ ਭਰਤੀ ਕੀਤੀ ਜਾਂਦੀ ਹੈ। ਸੋ ਉਸ ਸਮੇਂ ਵੱਖ-ਵੱਖ ਵਿਭਾਗਾਂ ਦੇ ਜਿਹੜੇ ਆ ਉਹਨਾਂ ਆਫਿਸਰ ਸਾਹਿਬਾਨ ਕਰਮਚਾਰੀਆਂ ਨੂੰ ਡਿਪਿਊਟ ਕੀਤਾ ਜਾਂਦਾ ਚੋਣਾਂ ਦੇ ਲਈ। ਉਹਨਾਂ ਨੂੰ ਵੱਖ-ਵੱਖ ਡਿਊਟੀਆਂ ਦਿੱਤੀਆਂ ਜਾਂਦੀਆਂ। ਆਰਓਜ਼ ਮੀਨ ਰਿਟਰਨਿੰਗ ਆਫਿਸਰ, ਹੋਰ ਬਹੁਤ ਅਨੇਕਾਂ ਤਰ੍ਹਾਂ ਦੀਆਂ ਜਿਹੜੀਆਂ ਚੋਣ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਜਾਂਦੀ ਹੈ। ਉਸ ਸਮੇਂ ਚੋਣ ਅਧਿਕਾਰੀਆਂ ਦੀ ਨਿਯੁਕਤੀ ਹੋਣ ਤੋਂ ਬਾਅਦ ਮਤਦਾਨ ਕੇਂਦਰ ਸਥਾਪਿਤ ਕੀਤੇ ਜਾਂਦੇ ਆ ਕਿ ਕਿੱਥੇ-ਕਿੱਥੇ ਵੋਟਾਂ ਪੈਣਗੀਆਂ। ਉਹਨਾਂ ਨੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾਂਦੇ ਆ ਮਤਦਾਨ ਕੇਂਦਰਾਂ ਦੇ, ਕਿ ਕਿਹੜੇ ਮਤਦਾਨ ਕੇਂਦਰ ਦੇ ਵਿੱਚ ਕਿਹੜੇ ਵੋਟਰ ਜਿਹੜੇ ਆ ਵੋਟ ਦੇਣ ਜਾਣਗੇ। ਸੋ ਇਹ ਸਾਰੇ ਪ੍ਰਬੰਧ ਕੀਤੇ ਜਾਂਦੇ ਆ। ਅੱਗੇ ਬੜਾ ਹੀ ਮਹੱਤਵਪੂਰਨ ਪੜਾਅ ਨਾਮਜ਼ਦਗੀ ਪੱਤਰ ਦਾਖਲ ਕਰਨਾ। ਕਿਹੜਾ ਪੱਤਰ? ਨਾਮਜ਼ਦਗੀ ਪੱਤਰ ਦਾਖਲ ਕਰਨਾ। ਸੋ ਇੱਕ ਕਿਸੇ ਰਾਜਨੀਤਿਕ ਦਲ ਦੇ ਜੋ ਵੀ ਕੈਂਡੀਡੇਟ ਜਾਂ ਚਾਹੇ ਉਹ ਮੌਜੂਦਾ ਸਮੇਂ ਦੇ ਵਿੱਚ ਕਿਸੇ ਰਾਜਨੀਤਿਕ ਦਲ ਨਾਲ ਜੁੜੇ ਹੋਣ ਜਾਂ ਆਜ਼ਾਦ ਉਮੀਦਵਾਰ ਹੋਣ, ਉਹ ਸਾਰੇ ਕੀ ਕਰਦੇ ਆ? ਨਾਮਜ਼ਦਗੀ ਪੱਤਰ ਦਾਖਲ ਕਰਦੇ ਆ, ਆਪਦੀ ਫਾਈਲ ਸਬਮਿਟ ਕਰਦੇ ਆ ਰਿਟਰਨਿੰਗ ਅਫਸਰ ਨੂੰ ਕਿ ਮੈਂ ਚੋਣਾਂ ਲੜਨਾ ਚਾਹੁੰਦਾ। ਉਸ ਤੋਂ ਬਾਅਦ ਕੀ ਹੁੰਦੀ? ਚੋਣ ਮੁਹਿੰਮ ਹੁੰਦੀ ਹੈ ਬੇਟਾ, ਚੋਣ ਪ੍ਰਚਾਰ ਕੀਤਾ ਜਾਂਦਾ। ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਇੱਕ ਸਟੈਪ ਹੋਰ ਆਉਂਦਾ ਕਿ ਜੇ ਕਿਸੇ ਕੈਂਡੀਡੇਟ ਨੇ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਆਪਣਾ ਜਿਹੜਾ ਨੋਮੀਨੇਸ਼ਨ ਆ ਉਹ ਵਾਪਸ ਲੈਣੀ ਹੈ ਤਾਂ ਉਹ ਲੈ ਸਕਦਾ। ਉਸ ਤੋਂ ਬਾਅਦ ਨਾਮਜ਼ਦਗੀ ਪੱਤਰਾਂ ਦੀ ਜਾਂਚ ਪੜਤਾਲ ਹੁੰਦੀ ਹੈ। ਫਿਰ ਚੋਣ ਮੁਹਿੰਮ ਚੱਲਦੀ, ਚੋਣ ਮੁਹਿੰਮ ਚੋਣ ਪ੍ਰਚਾਰ ਕੀਤਾ ਜਾਂਦਾ, ਰੈਲੀਆਂ ਕੀਤੀਆਂ ਜਾਂਦੀਆਂ ਥਾਂ ਤੇ। ਉਸ ਤੋਂ ਬਾਅਦ ਮਹੱਤਵਪੂਰਨ ਜਿਹੜਾ ਦਿਨ ਹੁੰਦਾ ਜਿਸ ਨੂੰ ਉਤਸਵ ਦੀ ਤਰ੍ਹਾਂ ਸਾਡੇ ਦੇਸ਼ ਦੇ ਵਿੱਚ ਮਨਾਇਆ ਜਾਂਦਾ, ਵੋਟਿੰਗ ਭਾਵ ਵੋਟਾਂ ਵਾਲਾ ਦਿਨ। ਇਸ ਦਿਨ ਜਿਹੜੇ ਵੋਟਰ ਆ ਉਹ ਨਿਰਧਾਰਤ ਕੀਤੇ ਸਮੇਂ ਦੇ ਅਨੁਸਾਰ ਪੋਲਿੰਗ ਬੂਥਾਂ ਤੇ ਜਾ ਕੇ ਵੋਟ ਪਾਉਂਦੇ ਆ। ਸੋ ਇਹ ਇੱਕ ਬੜਾ ਹੀ ਮਹੱਤਵਪੂਰਨ ਦਿਨ ਹੁੰਦਾ ਸਾਡੇ ਲੋਕਤੰਤਰ ਦੇ ਲਈ। ਇਹਨੂੰ ਅਸੀਂ ਲੋਕਤੰਤਰ ਦੇ ਦਿਨ ਦੇ ਵਿੱਚ ਇੱਕ ਉਤਸਵ ਦੀ ਤਰ੍ਹਾਂ ਮਨਾਉਂਦੇ ਆ।
उस तो बाद किन्ना बेटा वोटां पै जांदियां, वोटां की गिणती हुंदी है। फिर की हुंदी है? वोटां की गिणती, स्थान निश्चित किए जाते हैं वोटां की गिणती वास्ते। सो उत्थे रिटर्निंग अफसर की हाज़री ते उम्मीदवार की हाज़री दे विच वोटां की जिहड़ी गिणती की जाती है, काउंटिंग की जाती है। उस तो बाद अगला पड़ाव बेटा चोण नतीजे घोषित किए जाते हैं। चोण नतीजे आउंदे आ, कौन जित्तिया, कौन हारिया, कौन किन्ना पिछे रहा, ये सारे चोण नतीजे जिहड़े आ घोषित किए जाते हैं। अगला पॉइंट आ जिहड़ा बहुत ही महत्वपूर्ण पॉइंट आ, चोण उजरदारियां जां चोण उजरदारी। देखो असी स्टार्टिंग तो गल करिए, चोण खेत्र की हदबंदी हुई, वोटर सूचियां तैयार होईयां, चोण मिति की घोषणा हुई। उस तो बाद चोण मिति की घोषणा तो बाद नामजदगी पत्र दाखिल होए, मतदान केंद्र स्थापित किए गए, वोटां होईयां, वोटां की गिणती हुई। इस पूरी प्रोसैस के दौरान जेकर किसी उम्मीदवार नूं इह लगदा कि जिहड़ा उम्मीदवार जित्तिया उहने किसी न किसी तरीके नाल कोई मशीनरी का दुरुपयोग किया, सरकारी मशीनरी का, जां उहने कोई होर हथकंडा अपनाया जित प्राप्त करने के लिए, जो जिसकी आग्या साडा संविधान ते चोण आयोग दीआं हदायतां नहीं दिंदियां। सो उस दे संबंध विच जिहड़ा दूसरा कैंडीडेट हारिया वो चोण उजरदारी कर सकदा, चोण अपील कर सकदा। कित्थे कर सकदा बेटा? हाई कोर्ट दे विच। कि इस चोणां दे दौरान ये वालियां जिहड़ियां अनामलियां आईयां जां ये चीज़ां गलत वरतियां गईयां, ਉਹਦੇ संबंध ਵਿੱਚ अपील कर सकदा। ये बहुत महत्वपूर्ण प्रश्न है बेटा। आम तौर पर पेपर च पूछ लिया जाता, असीं उलझ जाने चोण उजरदारी शब्द तो ही असीं उलझ जाने। सो उलझना नहीं है, बड़े ध्यान दे नाल चोण अपील ही है बेटा एक तरह की। यह हाई कोर्ट दे विच जिवें आपां कह दईए कोई शिकायत दाखिल कीती असीं तां कित्थे हुंदी है? ये हाई कोर्ट दे विच। सो अज असीं प्यारे विद्यार्थियों जिहड़ा साडे भारती चोण प्रणाली दीआं विशेषतावां, भारती चोण आयोग ते भारती चोण प्रक्रिया के पड़ाव जिहड़े आ बहुत ही सौखे शब्दां च कीते आ। ये बड़े महत्वपूर्ण प्रश्न है बेटा, तीनों ही इन्हां दे विचों कोई भी पेपर च आ सकदा। बड़ी ध्यान दे नाल तैयारी करनी, चोण प्रक्रिया की खास तरीके नाल तैयारी करनी ते सौखा भी है ये। सो आप सब दा बहुत बहुत धन्नवाद। सत श्री अकाल।